ਸਰਕਾਰਾਂ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਦੇ ਲਈ ਲਾਕਡਾਊਨ ਵੀ ਕੀਤੇ ਨੇ। ਮੈਂ ਸਮਝਦਾ ਕਿ ਲਾਕਡਾਊਨ ਜਿਹੜਾ ਹੈ ਉਸ ਦੀ ਵੀ ਹੱਲ ਨਹੀਂ ਹੈ। ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਸਿੱਖ ਭਾਈਚਾਰਾ ਵੱਡੀ ਤਾਦਾਦ ਵਿੱਚ ਵਸਦਾ ਹੈ, ਉਹਨਾਂ ਦੇ ਵਿੱਚੋਂ ਵੀ ਵੱਡੀ ਭਾਈਚਾਰੇ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਤੇ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਸਟੱਡੀ ਬੇਸ ਦੇ ਉੱਤੇ ਗਿਆ, ਉਹ ਸਟੱਡੀ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਉੱਥੇ ਟਿਕਣ ਦੇ ਜਿਹੜੇ ਆਸਾਰ ਹੈ ਉਹ ਬਹੁਤ ਘੱਟ ਹੈ। ਇਹ ਜਿਹੜੀ ਸਾਡੀ ਪ੍ਰਚਾਰਕ ਸ਼੍ਰੇਣੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਇੱਕਦਮ ਲਾਕਡਾਊਨ ਹੋ ਗਿਆ ਤੇ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਭੁੱਖੇ ਮਰਨ ਤੱਕ ਨੌਬਤ ਆ ਜਾਏਗੀ, ਲੇਕਿਨ ਭਵਿੱਖ ਦੇ ਵਿੱਚ ਉਹਨਾਂ ਨੂੰ ਵੱਡੀ ਮਦਦ ਦੀ ਲੋੜ ਪਏਗੀ। ਕੋਈ ਸੰਸਥਾ, ਗੁਰਦੁਆਰਾ ਕਮੇਟੀ ਬਾਹਰ ਰਾਸ਼ਨ ਵੰਡਦੀ ਫਿਰਦੀ ਹੈ ਤੇ ਉਹਦਾ ਜਿਹੜਾ ਗ੍ਰੰਥੀ ਹੈ ਤੇ ਉਹ ਰਾਸ਼ਨ ਤੋਂ ਆਤੁਰ ਹੋਇਆ ਬੈਠਾ ਹੈ। ਇਹ ਮੈਂ ਸਮਝਦਾ ਇੱਕ ਲਾਪਰਵਾਹੀ ਹੈ ਸਾਡੀਆਂ ਸੰਸਥਾਵਾਂ ਦੀ, ਨਲਾਇਕੀ ਹੈ ਸਾਡੀਆਂ ਸੰਸਥਾਵਾਂ ਦੀ। ਲੋਕਲ ਗਰੋਥ, ਲੋਕਲ ਕੰਜ਼ਿਊਮ, ਇਹ ਜਿਹੜਾ ਸਿਧਾਂਤ ਜਿਹੜਾ ਸਾਨੂੰ ਅਪਣਾਉਣਾ ਪਏਗਾ। ਧਰਮ ਨਾਲ ਜੋੜਨਾ ਮੈਂ ਸਮਝਦਾ ਇੱਕ ਜਾਂ ਤਾਂ ਸਾਜ਼ਿਸ਼ ਹੈ, ਜੈਲਸੀ ਹੈ ਜਾਂ ਮੂਰਖਤਾ ਹੈ। ਇਹ ਬਿਮਾਰੀਆਂ ਕੋਈ ਧਰਮ, ਜਾਤ, ਲਿੰਗ ਭੇਦ ਨਹੀਂ ਦੇਖਦੀਆਂ। ਇਹ ਤਾਂ ਸਰੀਰ ਦੇਖਦੀਆਂ ਨੇ ਤੇ ਪ੍ਰਵੇਸ਼ ਕਰ ਜਾਂਦੀਆਂ ਨੇ। ਮੈਂ ਇੱਕ ਤਾਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਬੇਨਤੀ ਅਪੀਲ ਕਰਨੀ ਚਾਹਾਂਗਾ ਕਿ ਜਿਹਦੇ ਵੀ ਕਰੋਨਾ ਵਾਇਰਸ ਦੇ ਕਾਰਨ ਸਿੱਖਾਂ ਦੀਆਂ ਮੌਤਾਂ ਹੋਈਆਂ ਨੇ, ਹਰ ਮੁਲਕ ਉਹਨਾਂ ਦਾ ਡਾਟਾ ਜਿਹੜਾ ਉਹ ਇਕੱਠਾ ਕਰੇ ਤੇ ਕੋਸ਼ਿਸ਼ ਕਰੇ ਕਿ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਵੇ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਸ ਵਾਇਰਸ ਨੇ ਸਾਡੇ ਕਿੰਨੇ ਭੈਣ ਭਰਾਵਾਂ ਨੂੰ ਨਿਗਲਿਆ। ਸਮੁੱਚੀ ਦੁਨੀਆ ਦੇ ਵਿੱਚ ਇਸ ਸਮੇਂ ਕਰੋਨਾ ਵਾਇਰਸ ਦਾ ਖੌਫ ਹੈ। ਆਰਥਿਕ ਮੰਦਹਾਲੀ ਦੇ ਬੱਦਲ ਮੰਡਰਾ ਰਹੇ ਹਨ। ਦੇਸ਼ ਦੁਨੀਆ ਦੀ ਤਾਕਤ ਮੰਨਣ ਵਾਲੇ ਵੱਡੇ ਦੇਸ਼ ਵੀ ਇਸ ਸਮੇਂ ਜਿਹੜੇ ਉਹਨਾਂ ਨੇ ਗੋਡੇ ਟੇਕ ਦਿੱਤੇ ਹਨ। ਤੇ ਜੇਕਰ ਧਾਰਮਿਕ ਅਸਥਾਨਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕਾਂ ਦੀ ਆਸਥਾ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕਮੀ ਆਈ ਹੈ। ਸਾਡੇ ਨਾਲ ਮੌਜੂਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ। ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਇਸ ਵਿਸ਼ੇ ਦੇ ਸੰਦਰਭ 'ਚ ਰਹਿ ਕੇ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਦਾ ਇਸ ਮਸਲੇ ਦੇ ਪ੍ਰਤੀ ਕੀ ਨਜ਼ਰੀਆ ਹੈ। ਜੀ ਗਿਆਨੀ ਹਰਪ੍ਰੀਤ ਸਿੰਘ ਜੀ। ਦੇਖੋ, ਕਰੋਨਾ ਵਾਇਰਸ ਕਾਰਨ ਜਿਹੜੀ ਇਹ ਕੁਦਰਤੀ ਆਫਤ ਮਹਾਮਾਰੀ ਦੇ ਰੂਪ ਦੇ ਵਿੱਚ ਸੰਸਾਰ ਦੇ ਅੰਦਰ ਆਈ ਹੈ, ਇਹਦੇ ਨਾਲ ਸਮੁੱਚੀ ਲੋਕਾਈ ਜਿਹੜੀ ਹੈ ਖੌਫਜ਼ਦਾ ਹੋਈ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ। ਸਰਕਾਰਾਂ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਦੇ ਲਈ ਲਾਕਡਾਊਨ ਵੀ ਕੀਤੇ ਨੇ ਤੇ ਮੈਂ ਸਮਝਦਾ ਕਿ ਲਾਕਡਾਊਨ ਜਿਹੜਾ ਹੈ ਉਸ ਦੀ ਵੀ ਹੱਲ ਨਹੀਂ ਹੈ। ਇਸ ਸਮੱਸਿਆ ਦੇ ਹੱਲ ਲਈ 15 ਦਿਨ ਹੋਰ ਲਾਕਡਾਊਨ ਕੀਤਾ ਜਾ ਸਕਦਾ ਹੈ, ਮਹੀਨਾ ਕੀਤਾ ਜਾ ਸਕਦਾ ਹੈ, 2 ਮਹੀਨਾ ਕੀਤਾ ਜਾ ਸਕਦਾ ਹੈ। ਤੇ ਇਹਦੇ ਲਈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਇਹੋ ਹੀ ਹੈ, ਜੇ ਅਸੀਂ ਬਚਣਾ ਚਾਹੁੰਦੇ ਹਾਂ ਕਿ ਇਸ ਬਿਮਾਰੀ ਦੇ ਖੌਫ ਨੂੰ ਅਸੀਂ ਆਪਣੇ ਮਨਾਂ 'ਚੋਂ ਬਾਹਰ ਕੱਢੀਏ, ਕਿਉਂਕਿ ਬਿਮਾਰੀ ਦਾ ਖੌਫ ਜਿਹੜਾ ਹੈ ਇਹ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰਦਾ ਹੈ। ਤੇ ਜਿਵੇਂ ਕਿ ਸਿਹਤ ਮਾਹਰ ਦੱਸ ਰਹੇ ਹੈ ਕਿ ਕਮਜ਼ੋਰ ਇਮਿਊਨਿਟੀ ਹੁੰਦੀ ਹੈ ਤੇ ਉਸੇ ਨੂੰ ਹੀ ਇਹ ਬਿਮਾਰੀ ਜਿਹੜੀ ਹੈ ਜਲਦੀ ਤੇ ਘਾਤਕ ਭਿਆਨਕ ਢੰਗ ਦੇ ਨਾਲ ਆਪਣਾ ਸ਼ਿਕਾਰ ਬਣਾਉਂਦੀ ਹੈ। ਆਸਥਾ ਆਪਣੇ ਇਸ਼ਟ ਦੇ ਵਿੱਚ, ਆਪਣੇ ਧਰਮ ਦੇ ਵਿੱਚ ਭਜਨ, ਬੰਦਗੀ, ਸੇਵਾ, ਸਿਮਰਨ, ਮੈਡੀਟੇਸ਼ਨ, ਇਹ ਚੀਜ਼ਾਂ ਵੀ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੀਆਂ ਨੇ। ਗੁਰੂ ਦੇ ਉੱਤੇ ਭਰੋਸਾ ਸਿੱਖ ਨੂੰ ਰੱਖਣਾ ਚਾਹੀਦਾ ਹੈ। ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਗੁਰੂ ਤੇ ਭਰੋਸਾ, ਅਕਾਲ ਪੁਰਖ ਤੇ ਭਰੋਸਾ ਸਾਨੂੰ ਬੇਪਰਵਾਹੀ ਦਿੰਦਾ ਹੈ ਔਰ ਬੇਪਰਵਾਹੀ ਜਿਹੜੀ ਹੈ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੀ ਹੈ ਤੇ ਮਜ਼ਬੂਤ ਇਮਿਊਨਿਟੀ ਜਿਹੜੀ ਹੈ ਉਹ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ। ਇਸ ਕਰਕੇ ਸਾਨੂੰ ਇਸ ਪਾਸੇ ਕਦਮ ਚੁੱਕਣ ਦੀ ਬਥੇਰੀ ਲੋੜ ਹੈ, ਜ਼ਰੂਰਤ ਹੈ। ਸਿੰਘ ਸਾਹਿਬ, ਤੁਸੀਂ ਸਿੱਖਾਂ ਦੇ ਧਾਰਮਿਕ ਆਗੂ ਵੀ ਹੋ, ਰਾਜਨੀਤਿਕ ਆਗੂ ਵੀ ਹੋ, ਤੇ ਜੇਕਰ ਸਿੱਖ ਕੌਮ ਦੀ ਗੱਲ ਕਰੀਏ ਤਾਂ ਐਸੇ ਦੌਰ ਦੇ ਵਿੱਚ ਅਗਲੀ ਜਿਹੜੀ ਜੇ ਰਣਨੀਤੀ ਦੀ ਗੱਲ ਕਰੀਏ, ਸਿੱਖ ਕੌਮ ਦੇ ਲਈ ਅਗਲੀਆਂ ਜਿਹੜੀਆਂ ਕਿਹੜੀਆਂ ਚੁਣੌਤੀਆਂ ਨੇ, ਵੱਡੀਆਂ ਚੁਣੌਤੀਆਂ ਕਿਹੜੀਆਂ ਨੇ? ਮੈਂ ਕਾਫੀ ਸਾਰੀਆਂ ਚੁਣੌਤੀਆਂ ਦੇਖਦਾ, ਖਾਸ ਤੌਰ 'ਤੇ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜਾ ਸਿੱਖ ਭਾਈਚਾਰਾ ਵੱਡੀ ਤਾਦਾਦ ਵਿੱਚ ਵਸਦਾ ਹੈ, ਉਹਨਾਂ ਦੇ ਵਿੱਚੋਂ ਵੀ ਵੱਡੀ ਭਾਈਚਾਰੇ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਸਾਡੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਵਸਦੇ ਹੈ
ਜਿਹੜੇ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਹੈ ਔਰ ਉਹਨਾਂ ਨੂੰ ਅਜੇ ਤੱਕ PR ਜਿਹੜੀ ਹੈ ਉਹ ਨਹੀਂ ਮਿਲੀ ਤੇ ਨਾ ਹੀ ਮਿਲਣ ਦੀ ਸੰਭਾਵਨਾ ਹੈ। ਤੇ ਸਰਕਾਰੀ ਸਹੂਲਤਾਂ ਜਿਹੜੀਆਂ ਨੇ ਉਹ ਸਿਰਫ ਦੇਸ਼ ਜਿਹੜੇ ਆ ਆਪਣੇ ਨਾਗਰਿਕਾਂ ਨੂੰ ਦਿੰਦੇ ਆ, ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੀ PR ਹੁੰਦੀ ਹੈ। ਬਹੁਤ ਸਾਰਾ ਸਾਡਾ ਨੌਜਵਾਨ ਜਿਹੜਾ ਵਰਗ ਹੈ ਪਿਛਲੇ 2-3 ਸਾਲਾਂ ਤੋਂ ਵਿਦੇਸ਼ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਗਿਆ ਹੋਇਆ ਤੇ ਜਿਉਂ ਇਹਨਾਂ ਦੀ ਸਟੱਡੀ ਪੂਰੀ ਹੁੰਦੀ ਹੈ ਫਿਰ ਉਹਨਾਂ ਨੂੰ ਵਰਕ ਪਰਮਿਟ ਦੀ ਜਿਹੜੀ ਹੈ ਉਹ ਲੋੜ ਹੋਏਗੀ ਤੇ ਵਰਕ ਪਰਮਿਟ ਲਈ ਜੌਬਾਂ ਚਾਹੀਦੀਆਂ ਨੇ ਤੇ ਜਿਵੇਂ ਕਿ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਮੁਲਕਾਂ ਦੇ ਵਿੱਚ ਜੌਬਸ ਜਿਹੜੀਆਂ ਨੇ ਉਹ ਘਟਣਗੀਆਂ ਕਿ ਉਹ ਸਰਕਾਰਾਂ ਜਿਹੜੀਆਂ ਉਹ ਆਪਣੇ ਨਾਗਰਿਕਾਂ ਨੂੰ ਜਿਹੜਾ ਜੌਬ ਦੇਣ ਦੇ ਲਈ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਨਗੀਆਂ ਤੇ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਸਟੱਡੀ ਬੇਸ ਦੇ ਉੱਤੇ ਗਿਆ ਉਹ ਸਟੱਡੀ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਇੱਥੇ ਟਿਕਣ ਦੇ ਜਿਹੜੇ ਆਸਾਰ ਹੈ ਉਹ ਬਹੁਤ ਘੱਟ ਹੈ, ਸੰਭਾਵਨਾਵਾਂ ਬਹੁਤ ਘੱਟ ਹੈ। ਇਹ ਵੀ ਮੈਂ ਸਮਝਦਾ ਕਿ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਸਿੱਖ ਸਮਾਜ ਵਾਸਤੇ, ਕਿਉਂਕਿ ਉਹ ਬਹੁਤ ਸਾਰੀਆਂ ਆਸਾਂ ਉਮੀਦਾਂ ਲੈ ਕੇ ਸਾਡਾ ਨੌਜਵਾਨ ਜਿਹੜਾ ਉਹ ਬਾਹਰ ਗਿਆ, ਇੱਥੇ ਰੁਜ਼ਗਾਰ ਨਹੀਂ ਮਿਲਿਆ, ਇੱਥੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਕੋਈ ਵਧੀਆ ਭਵਿੱਖ ਨਜ਼ਰ ਨਹੀਂ ਆਇਆ ਤੇ ਉਹ ਵਿਦੇਸ਼ ਚਲਾ ਗਿਆ। ਪਰ ਕਰੋਨਾ ਵਾਇਰਸ ਨੇ ਵਿਦੇਸ਼ਾਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਆਸਾਂ ਦੇ ਉੱਤੇ ਇੱਕ ਪਾਣੀ ਫੇਰਨ ਦਾ ਕੰਮ ਕੀਤਾ ਹੈ ਤੇ ਸਾਨੂੰ ਉਹਨਾਂ ਨੌਜਵਾਨਾਂ ਨੂੰ ਵੀ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਪਏਗੀ। ਸਿੰਘ ਸਾਹਿਬ, ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਬਾਹਰ ਗਏ ਨੇ 20-20 25-25 ਲੱਖ ਰੁਪਇਆ ਖਰਚ ਕੇ ਉਹ ਬਾਹਰ ਗਏ ਨੇ, ਜਿਹੜੇ ਇੱਥੇ ਜੇਕਰ ਦੇਸ਼ ਦੇ ਆਪਣੇ ਹਿੰਦੁਸਤਾਨ ਦੀ ਗੱਲ ਕਰੀਏ, ਆਪਾਂ ਭਾਰਤ ਦੀ ਗੱਲ ਕਰੀਏ ਤਾਂ ਕਈ ਐਸੇ ਨੌਜਵਾਨ ਨੇ ਜਾਂ ਜਿਹੜੇ ਸਾਡੇ ਪਰਿਵਾਰ ਨੇ ਜਿਨ੍ਹਾਂ ਕੋਲ ਇੰਨੀ ਸਮਰੱਥਾ ਨਹੀਂ, ਜਿਹੜੇ ਅਜੇ ਵੀ ਇੱਥੇ ਨੇ। ਪਰ ਲੋਕਡਾਊਨ ਤੋਂ ਬਾਅਦ ਜਿਹੜੇ ਆਰਥਿਕ ਮੰਦਹਾਲੀ ਦੇ ਬੱਦਲ ਜਿਹੜੇ ਮੰਡਰਾ ਰਹੇ ਨੇ, ਇੱਥੋਂ ਜਿਹੜੇ ਪੰਜਾਬ ਦੀ ਆਪਾਂ ਆਪਣੇ ਪੰਜਾਬੀਅਤ ਦੀ ਗੱਲ ਕਰੀਏ ਉਹਨਾਂ ਵਾਸਤੇ ਕਿਹੜੇ ਤੁਹਾਨੂੰ ਲੱਗਦਾ ਚੁਣੌਤੀਆਂ ਜਿਹੜੀਆਂ ਅੱਗੇ ਆ ਰਹੀਆਂ ਨੇ? ਇੱਥੇ ਵੀ ਚੁਣੌਤੀਆਂ ਨੇ ਜੀ, ਕਿਉਂਕਿ ਇੱਥੇ ਵੀ ਜਿਹੜੇ ਸਾਡੇ ਸਿੱਖ ਭਰਾ ਵਸਦੇ ਹੈ, ਚਾਹੇ ਕੋਈ ਵਪਾਰੀ ਹੈ ਚਾਹੇ ਕੋਈ ਦੁਕਾਨਦਾਰ ਹੈ, ਤੇ ਉਹਨਾਂ ਨੂੰ ਵੀ ਜਿਹੜਾ ਹੈ ਆਰਥਿਕ ਮੰਦੀ ਦਾ ਸ਼ਿਕਾਰ ਹੋਣਾ ਪਏਗਾ, ਕਿਉਂਕਿ ਸਾਰੇ ਵਿਸ਼ਵ ਦੇ ਵਿੱਚ ਹੀ ਆਰਥਿਕ ਮੰਦੀ ਜਿਹੜੀ ਹੈ ਉਹ ਆਏਗੀ ਤੇ ਅਸੀਂ ਸਿੱਖ ਉਸ ਆਰਥਿਕ ਮੰਦੀ ਤੋਂ ਬਚ ਨਹੀਂ ਸਕਦੇ। ਪਰ ਸਾਨੂੰ ਇਕਜੁੱਟਤਾ ਦੇ ਨਾਲ ਸਿੱਖ ਸਮਾਜ ਨੂੰ ਸਾਰਿਆਂ ਨੂੰ ਕੰਮ ਕਰਨਾ ਪਏਗਾ ਆਪਣੇ ਸਿੱਖ ਭਰਾਵਾਂ ਨੂੰ ਮਜ਼ਬੂਤ ਕਰਨ ਵਾਸਤੇ, ਪੰਜਾਬ ਦੀ ਧਰਤੀ ਦੇ ਉੱਤੇ ਵੀ, ਹਿੰਦੁਸਤਾਨ ਦੇ ਬਾਕੀ ਸਟੇਟਾਂ ਦੇ ਵਿੱਚ ਵੀ ਤੇ ਬਾਹਰਲੇ ਮੁਲਕਾਂ ਦੇ ਵਿੱਚ। ਤੇ ਮੈਂ ਸਮੁੱਚੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਤੇ ਸਮੁੱਚੇ ਜਿਹੜੇ ਸਾਡੇ ਆਰਥਿਕ ਪੱਖੋਂ ਮਜ਼ਬੂਤ ਸਿੱਖ ਹੈ ਉਹਨਾਂ ਨੂੰ ਮੈਂ ਇਹ ਅਪੀਲ ਕਰਨੀ ਚਾਹਾਂਗਾ ਕਿ ਆਪਣੀ એનર્ਜੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਿੱਖ ਭਰਾਵਾਂ ਲਈ ਬਚਾ ਕੇ ਰੱਖੋ, ਤਾਂ ਜੋ ਆਪਾਂ ਜਿਹੜਾ ਹੈ ਆਪਣੀ ਸਿੱਖ ਕੌਮ ਨੂੰ ਹੋਰ ਮਜ਼ਬੂਤ ਜਿਹੜਾ ਆਰਥਿਕ ਮੰਦਵਾੜੇ ਦੇ ਵਿੱਚ ਆਪਾਂ ਆਪਣੀ ਸਿੱਖ ਕੌਮ ਨੂੰ ਘੱਟੋ ਘੱਟ ਆਪਣੇ ਸਿੱਖ ਸਮਾਜ ਨੂੰ ਜਿਹੜਾ ਹੈ ਉਹ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ। ਤੇ ਸਾਨੂੰ ਇਹਦੀ ਤਿਆਰੀ ਜਿਹੜੀ ਉਹ ਕਰਨੀ ਚਾਹੀਦੀ ਹੈ, ਸਿੱਖ ਦੀ ਮਦਦ ਕਰਨ ਦੇ ਲਈ ਆਪਣਾ ਜਿਹੜਾ ਹੈ ਮਨ ਬਣਾ ਕੇ ਤੇ ਹੁਣ ਤੋਂ ਹੀ ਤਿਆਰੀ ਜਿਹੜੀ ਹੈ ਉਹ ਕਰਨੀ ਪ੍ਰਾਰੰਭ ਕਰ ਦੇ, ਕਿਉਂਕਿ ਜੇ ਸਾਡਾ ਘਰ ਮਜ਼ਬੂਤ ਹੋਊਗਾ, ਜੇ ਸਾਡੇ ਘਰ ਦੇ ਵਿੱਚ ਦਾਣੇ ਹੋਣਗੇ, ਅਨਾਜ ਹੋਏਗਾ, ਫਿਰ ਹੀ ਅਸੀਂ ਹੋਰਾਂ ਨੂੰ ਵੰਡ ਸਕਾਂਗੇ। ਤੇ ਜੇ ਸਾਡੇ ਘਰ ਦੇ ਵਿੱਚ ਕੁਛ ਨਹੀਂ ਹੈ, ਅਸੀਂ ਜਿਹੜਾ ਬੇਰੁਜ਼ਗਾਰ ਹੋ ਗਏ, ਅਸੀਂ ਜਿਹੜਾ ਭੁੱਖਮਰੀ ਦੇ ਨਾਲ ਜੂਝਣ ਲੱਗ ਪਏ ਜਾਂ ਅਸੀਂ ਜਿਹੜਾ ਆਫਤ ਦੇ ਵਿੱਚ ਫਸ ਗਏ ਤੇ ਅਸੀਂ ਕਿਸੇ ਦੀ ਮਦਦ ਵੀ ਨਹੀਂ ਕਰ ਸਕਾਂਗੇ। ਇਸ ਲਈ ਪਹਿਲਾਂ ਆਪਣਾ ਘਰ ਮਜ਼ਬੂਤ ਕਰਨਾ, ਫਿਰ ਅਸੀਂ ਸਮੁੱਚੀ ਮਾਨਵਤਾ ਦੀ ਸੇਵਾ ਕਰਨੀ। ਤੁਹਾਡੇ ਤੋਂ ਬਹੁਤ ਆਸਾਂ ਨੇ ਕੌਮ ਨੂੰ, ਕਿਉਂਕਿ ਤੁਸੀਂ ਕੌਮ ਦੀ ਨੁਮਾਇੰਦਗੀ ਕਰਦੇ ਹੋ ਤੇ ਐਸੇ ਜਿਹੜੇ ਹਾਲਾਤ ਨੇ, ਹਾਲਾਤਾਂ ਦੀ ਤੁਸੀਂ ਚੁਣੌਤੀਆਂ ਦੀ ਗੱਲ ਕੀਤੀ ਹੈ ਤੇ ਚੁਣੌਤੀਆਂ ਦੇ ਵੱਡੇ ਹੱਲ ਤੁਸੀਂ ਕਿਵੇਂ ਸਮਝਦੇ ਹੋ, ਕਿਵੇਂ ਹੱਲ ਕਿਵੇਂ ਹੋ ਸਕਦੇ ਨੇ? ਮੈਨੂੰ ਆਸ ਹੈ ਸਾਡੀਆਂ ਸਿੱਖ ਸੰਸਥਾਵਾਂ ਤੋਂ, ਸਾਡੇ ਸਿੱਖ ਜਿਹੜੇ ਆਰਥਿਕ ਤੌਰ ਤੇ ਮਜ਼ਬੂਤ ਹੈ ਉਹਨਾਂ ਤੋਂ, ਔਰ ਪੂਰੀ ਸਿੱਖ ਕੌਮ ਤੋਂ, ਖਾਸ ਤੌਰ ਤੇ ਸਿੱਖ ਨੌਜਵਾਨ ਤੋਂ ਆਸ ਹੈ। ਤੇ ਜਿਹੜੇ ਸਾਡੇ ਸਿੱਖ ਸਕਾਲਰ ਨੇ, ਜਿਹੜੇ ਸਾਡੇ ਸਿੱਖ ਅਰਥਚਾਰੇ ਦੇ ਮਾਹਰ ਹੈ, ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਐਸੇ ਪ੍ਰੋਜੈਕਟ ਜਿਹੜੇ ਹੈ ਉਹ ਉਲੀਕ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤੇ ਜਾਣ ਤੇ ਤਾਂ ਜੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਸਿੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਤੇ ਆਪਣੇ ਸਿੱਖ ਪ੍ਰਭਾਵਾਂ ਨੂੰ ਆਉਣ ਵਾਲੇ ਆਰਥਿਕ ਮੰਦਵਾੜੇ ਤੋਂ ਬਚਾ ਸਕੀਏ। ਆਰਥਿਕ ਮੰਦਵਾੜੇ ਦੀ ਸਿੰਘ ਸਾਹਿਬ ਆਪਾਂ ਗੱਲ ਕਰ ਰਹੇ ਹਾਂ, ਲੋਕਡਾਊਨ ਨਾਲ ਆਰਥਿਕ ਪ੍ਰਭਾਵ ਜਿਹੜਾ ਬੜੇ ਵੱਡੇ ਪੱਧਰ ਤੇ ਪਿਆ ਹੈ। ਜੇਕਰ ਆਪਾਂ ਜਿਹੜੀ ਸਾਡੀ ਸ਼੍ਰੇਣੀ ਹੈ, ਰਾਗੀ ਢਾਡੀ ਪ੍ਰਚਾਰਕ ਸ਼੍ਰੇਣੀ ਹੈ, ਉਹਨਾਂ ਦਾ ਜਿਹੜੇ ਸਮੁੱਚੇ ਪਰਿਵਾਰ ਨੇ ਜਾਂ ਉਹਨਾਂ ਦੀ ਜਿਹੜੀ ਜੋ ਵੀ ਆਮਦਨ ਉਹ ਗੁਰੂ ਕੀ ਗੋਲਕ ਤੇ ਡਿਪੈਂਡ ਸੀ। ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਗੁਰੂ ਘਰਾਂ ਦੇ ਵਿੱਚ ਸੰਗਤ ਨਹੀਂ ਆ ਰਹੀ, ਗੋਲਕਾਂ ਉਹ ਤਕਰੀਬਨ ਖਾਲੀ ਨੇ ਤੇ ਉਹਨਾਂ ਦੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਵੀ ਇਹ ਮੰਗ ਹੈ। ਬੇਸ਼ੱਕ ਸਿੱਖ ਕੌਮ ਨੇ ਲੰਗਰ ਬਹੁਤ ਲਾਏ ਨੇ, ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਜਿਹੜਾ ਮਾਪਦੰਡ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਅਪਣਾ ਕੇ ਇੱਕ ਦਾਇਰੇ ਦੇ ਵਿੱਚ ਰਹਿ ਕੇ ਕਰਨ, ਪਰ ਉਹਨਾਂ ਦੀ ਇਹ ਮੰਗ ਹੈ ਕਿ ਉਹਨਾਂ ਤੱਕ ਜਿਹੜੀ ਉਹ ਪਹੁੰਚ, ਕੁਛ ਵੀ ਐਸਾ ਪਹੁੰਚ ਨਹੀਂ ਰਿਹਾ ਤੇ ਉਹ ਵੀ ਇੱਕ ਉਹਨਾਂ ਲੱਗੇ ਵੀ ਜਿਹੜੇ ਕੁਐਸਚਨ ਮਾਰਕ ਜਿਹੜਾ ਉਹ ਬਣਿਆ ਹੋਇਆ ਹੈ।
ਦੇਖੋ ਸਾਡੇ ਅੰਦਰ ਦੋ ਤਰ੍ਹਾਂ ਦੀ ਪ੍ਰਚਾਰਕ ਸ਼੍ਰੇਣੀ ਹੈ। ਇੱਕ ਤਾਂ ਉਹ ਜਿਹੜੀਆਂ ਕਿਸੇ ਨਾ ਕਿਸੇ ਸੰਸਥਾ ਨਾਲ ਜੁੜੀ ਹੋਈ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਵਿਦੇਸ਼ਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਸ਼ਹਿਰਾਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਨਾਲ ਜੁੜੀ ਸਾਡੀ ਪ੍ਰਚਾਰਕ ਸ਼੍ਰੇਣੀ ਹੈ। ਤੇ ਉਹਨਾਂ ਦੇ ਆਰਥਿਕ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਸਹਾਇਤਾ ਦੇਣ ਵਾਸਤੇ, ਸਹਿਯੋਗ ਦੇਣ ਵਾਸਤੇ ਤਾਂ ਉਹਨਾਂ ਸੰਸਥਾਵਾਂ ਨੂੰ ਹੀ ਅੱਗੇ ਆਉਣਾ ਪਏਗਾ, ਪਹਿਲ ਕਦਮੀ ਕਰਨੀ ਪਏਗੀ ਜਿਹੜੀਆਂ ਸੰਸਥਾਵਾਂ ਨਾਲ ਇਹ ਸਾਡੀ ਪ੍ਰਚਾਰਕ ਸ਼੍ਰੇਣੀ ਜੁੜੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਨੇ ਸਾਡੀ ਪ੍ਰਚਾਰਕ ਸ਼੍ਰੇਣੀ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਕਰੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਕਰੇ। ਇਹ ਪਿੰਡਾਂ ਦੇ ਗ੍ਰੰਥੀ ਨੇ ਜਾਂ ਪਿੰਡਾਂ ਦੇ ਰਾਗੀ ਨੇ ਜਾਂ ਸ਼ਹਿਰਾਂ ਦੇ ਰਾਗੀ ਨੇ, ਗੁਰਦੁਆਰਾ ਕਮੇਟੀਆਂ ਦੇ ਨੇ, ਤੇ ਉਹਨਾਂ ਗੁਰਦੁਆਰਾ ਕਮੇਟੀਆਂ ਦਾ ਫਰਜ਼ ਹੈ ਕਿ ਉਹ ਆਪਣੇ ਜਿਹੜੇ ਕੰਮ ਕਰਦੇ ਸੰਸਥਾਵਾਂ ਦੇ ਵਿੱਚ ਪ੍ਰਚਾਰਕ ਸ਼੍ਰੇਣੀ ਦੀ ਹਰ ਸੰਭਵ ਮਦਦ ਕਰਨ। ਦੂਜੇ ਜਿਹੜੇ ਸਾਡੇ ਇੰਡੀਵਿਜੂਅਲ ਜਿਹੜੇ ਕਿਸੇ ਸੰਸਥਾ ਨਾਲ ਨਹੀਂ ਕਾਰਜਸ਼ੀਲ, ਆਪਣੇ ਪੱਧਰ ਦੇ ਉੱਤੇ ਪ੍ਰਚਾਰ ਕਰਦੇ ਆ, ਤੇ ਉਹਨਾਂ ਲਈ ਵੀ ਇਹ ਸਾਡੀਆਂ ਵੱਡੀਆਂ ਸੰਸਥਾਵਾਂ, ਇਹਨਾਂ ਨੂੰ ਇੱਕ ਖਾਕਾ ਤਿਆਰ ਕਰਨਾ ਚਾਹੀਦਾ ਹੈ ਉਹਨਾਂ ਦੀ ਮਦਦ ਵਾਸਤੇ। ਇਹ ਜਿਹੜੀ ਸਾਡੀ ਪ੍ਰਚਾਰਕ ਸ਼੍ਰੇਣੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਇੱਕਦਮ ਲਾਕਡਾਊਨ ਹੋ ਗਿਆ ਤੇ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਭੁੱਖੇ ਮਰਨ ਤੱਕ ਨੌਬਤ ਆ ਜਾਏਗੀ, ਲੇਕਿਨ ਭਵਿੱਖ ਦੇ ਵਿੱਚ ਉਹਨਾਂ ਨੂੰ ਵੱਡੀ ਵੱਡੀ ਮਦਦ ਦੀ ਲੋੜ ਪਏਗੀ। ਤੇ ਉਸ ਮਦਦ ਲਈ ਵੀ, ਕਿਉਂਕਿ ਉਹਨਾਂ ਨੂੰ ਕਿਸੇ ਨਾ ਕਿਸੇ ਕਿਰਤ ਨਾਲ ਜੋੜਨਾ ਜਾਂ ਉਹਨਾਂ ਨੂੰ ਜਿਹੜਾ ਖਾਸ ਤੌਰ ਤੇ ਜਿਹੜੀ ਸਾਡੀ ਇੰਡੀਵਿਜੂਅਲ ਪ੍ਰਚਾਰਕ ਸ਼੍ਰੇਣੀ ਹੈ, ਜਿਹੜੀਆਂ ਸੰਸਥਾਵਾਂ ਨਾਲ ਜਿਹੜੀ ਪ੍ਰਚਾਰਕ ਸ਼੍ਰੇਣੀ ਹੈ, ਉਹ ਤਾਂ ਮੇਰੇ ਖਿਆਲ ਸੰਸਥਾਵਾਂ ਜ਼ਿੰਮੇਵਾਰੀ ਨਿਭਾਉਣਗੀਆਂ, ਤੇ ਅਸੀਂ ਉਹਨਾਂ ਨੂੰ ਕਵਾਂਗੇ ਵੀ ਕਿ ਆਪਣੀ ਜ਼ਿੰਮੇਵਾਰੀ ਨਿਭਾ ਕੇ ਤੇ ਪ੍ਰਚਾਰਕ ਸ਼੍ਰੇਣੀ ਦਾ ਖਿਆਲ ਰੱਖਿਆ ਜਾਵੇ। ਕਿਤੇ ਸਾਨੂੰ ਐਸੀਆਂ ਰਿਪੋਰਟਾਂ ਵੀ ਮਿਲੀਆਂ ਨੇ ਕਿ ਕੋਈ ਸੰਸਥਾ ਗੁਰਦੁਆਰਾ ਕਮੇਟੀ ਬਾਹਰ ਰਾਸ਼ਨ ਵੰਡਦੀ ਫਿਰਦੀ ਹੈ ਤੇ ਉਹਦਾ ਜਿਹੜਾ ਗ੍ਰੰਥੀ ਹੈ ਤੇ ਉਹ ਰਾਸ਼ਨ ਤੋਂ ਆਤੁਰ ਹੋਇਆ ਬੈਠਾ ਹੈ। ਇਹ ਮੈਂ ਸਮਝਦਾ ਇੱਕ ਲਾਪਰਵਾਹੀ ਹੈ ਸਾਡੀਆਂ ਸੰਸਥਾਵਾਂ ਦੀ, ਨਲਾਇਕੀ ਹੈ ਸਾਡੀਆਂ ਸੰਸਥਾਵਾਂ ਦੀ। ਜਿਹੜੀਆਂ ਇਹ ਪ੍ਰਚਾਰਕ ਸੰਸਥਾਵਾਂ ਨਾਲ ਜੁੜੇ ਆ, ਸੰਸਥਾਵਾਂ ਨੂੰ ਸੰਭਾਲਣ, ਤੇ ਜਿਹੜੇ ਇੰਡੀਵਿਜੂਅਲ ਜਿਹੜੇ ਕਾਰਜਸ਼ੀਲ ਹੈ ਪ੍ਰਚਾਰ ਦੇ ਖੇਤਰ ਦੇ ਵਿੱਚ, ਚਾਹੇ ਉਹ ਰਾਗੀ ਹੈ, ਗ੍ਰੰਥੀ ਹੈ ਜਾਂ ਢਾਡੀ ਹੈ, ਸਾਡੇ ਕਵਿਸ਼ਰ ਸਾਹਿਬਾਨ ਹੈ, ਤੇ ਵੱਡੀਆਂ ਸੰਸਥਾਵਾਂ ਨੂੰ ਉਹਨਾਂ ਵਾਸਤੇ ਭਵਿੱਖੀ ਕੁਝ ਯੋਜਨਾਵਾਂ ਉਹ ਲਿਖਣੀਆਂ ਚਾਹੀਦੀਆਂ ਤਾਂ ਕਿ ਉਹ ਫਿਰ ਜਿਹੜਾ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਕਾਰਜਸ਼ੀਲ ਹੋ ਸਕਣ। ਸਰ, ਸਾਡੀ ਜਿਹੜੀ ਬਹੁਤਾਂਤ ਗਿਣਤੀ ਹੈ ਉਹ ਖੇਤੀਬਾੜੀ ਤੇ ਨਿਰਭਰ ਹੈ, ਤੇ ਤੁਸੀਂ ਇਹ ਬਿਆਨ ਵੀ ਦਿੱਤਾ ਸੀ ਕਿ ਚਾਈਨੀਜ਼ ਖਾਣਿਆਂ ਤੋਂ ਸਾਨੂੰ ਜਿਹੜਾ ਪਰਹੇਜ਼ ਕਰਕੇ ਜਿਹੜੇ ਸਾਡੇ ਪੁਰਾਤਨ ਜਿਹੜੀ ਸ਼ੈਲੀ ਸਾਨੂੰ ਅਪਣਾਉਣੀ ਚਾਹੀਦੀ ਹੈ। ਤੇ ਆਉਣ ਵਾਲੇ ਭਵਿੱਖ ਦੇ ਲਈ ਤੁਸੀਂ ਜਿਹੜੇ ਸਾਡੇ ਕਿਸਾਨ ਭਰਾ ਨੇ ਜਾਂ ਜਿਹੜੇ ਸਾਡੇ ਬਹੁਤਾਤ ਗਿਣਤੀ ਦੇ ਵਿੱਚ ਜਿਹੜੇ ਕਿਸਾਨੀ ਕਰਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਜਿਵੇਂ ਮੈਂ ਸੁਣਿਆ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਸੀ ਕਿ ਸਾਨੂੰ ਵਿਦੇਸ਼ਾਂ ਦੇ ਉੱਤੇ ਨਿਰਭਰਤਾ ਜਿਹੜੀ ਹੈ ਉਹ ਘਟਾਉਣੀ ਪਏਗੀ। ਤੇ ਸਾਡੇ ਜਿਹੜਾ ਬਹੁ ਤਬਕਾ ਜਿਹੜਾ ਸਾਡਾ ਸਿੱਖ ਸਮਾਜ ਦਾ ਪੰਜਾਬ ਦੇ ਅੰਦਰ, ਉਹ ਪਿੰਡਾਂ ਦੇ ਵਿੱਚ ਰਹਿੰਦਾ, ਤੇ ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਵੀ ਸ਼ਹਿਰਾਂ ਤੋਂ ਨਿਰਭਰਤਾ ਜਿਹੜੀ ਹੈ ਉਹ ਘਟਾਉਣੀ ਚਾਹੀਦੀ ਹੈ। ਪਿਛਲੇ ਸਮਿਆਂ ਦੇ ਦੌਰਾਨ ਵੇਖਿਆ, ਮੈਂ ਮੁਕਤਸਰ ਸੇਵਾ ਕਰਦਾ ਸੀ, ਜਿਹਦਾ ਘਰ 2 ਕਨਾਲਾਂ 'ਚ ਬਣਿਆ ਤੇ ਜਿਹਦੇ ਕੋਲੇ 10 ਕਿੱਲੇ 15 ਕਿੱਲੇ ਜ਼ਮੀਨ ਹੈ, ਮੈਂ ਉਹ ਜ਼ਿਮੀਂਦਾਰ ਵੀ ਜਿਹੜੇ ਹੈ ਸਬਜ਼ੀ ਮੰਡੀ ਦੇ ਵਿੱਚੋਂ ਉਹ ਕੱਦੂ ਖਰੀਦਦੇ ਦੇਖਿਆ ਜਿਨ੍ਹਾਂ ਨੂੰ ਟੀਕੇ ਲਾ ਕੇ ਪਾਲਿਆ ਜਾਂਦਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਤਾਂ 2 ਵੱਲਾਂ ਘਰ ਦੇ ਵਿਹੜੇ 'ਚ ਲਾ ਲਓ ਤੇ ਤੁਹਾਨੂੰ ਤਾਂ ਕੀ ਤੁਹਾਡੇ ਗੁਆਂਢੀਆਂ ਨੂੰ ਵੀ ਕੱਦੂ ਨਹੀਂ ਮਿਲਦੇ, ਤੇ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਵਕਤ ਨਹੀਂ ਹੈ, ਸਮਾਂ ਨਹੀਂ ਹੈ। ਹੁਣ ਸਾਨੂੰ ਸਮਾਂ ਕੱਢਣਾ ਪਏਗਾ। ਲੋਕਲ ਗਰੋਥ, ਲੋਕਲ ਕੰਜ਼ਿਊਮ, ਇਹ ਜਿਹੜਾ ਸਿਧਾਂਤ ਜਿਹੜਾ ਸਾਨੂੰ ਅਪਣਾਉਣਾ ਪਏਗਾ। ਆਰਗੈਨਿਕ ਖੇਤੀ ਵਾਲੇ ਪਾਸੇ ਵੀ ਸਾਨੂੰ ਮੁੜਨਾ ਪਏਗਾ। ਪਹਿਲਾਂ ਸਾਡੇ ਬਜ਼ੁਰਗ ਜਿਹੜੇ ਹੁੰਦੇ ਸੀ ਉਹ ਮਲਟੀਗ੍ਰੇਨ ਜਿਹੜਾ ਯੂਜ਼ ਕਰਦੇ ਸੀਗੇ। ਇੱਕ ਸੀਜ਼ਨ ਆਇਆ ਬਾਜਰਾ ਖਾ ਲਿਆ, ਇੱਕ ਸੀਜ਼ਨ ਆਇਆ ਮੱਕੀ ਖਾ ਲਈ, ਇੱਕ ਸੀਜ਼ਨ ਆਇਆ ਛੋਲੇ ਖਾ ਲਏ, ਇੱਕ ਸੀਜ਼ਨ ਆਇਆ ਜੌਂ ਖਾ ਲਏ। ਹੁਣ ਅਸੀਂ 12 ਮਹੀਨੇ 30 ਦਿਨ ਕਣਕ ਹੀ ਖਾਈ ਜਾਂਦੇ ਹਾਂ। ਅਤੇ ਸਾਨੂੰ ਇੱਕ ਤਾਂ ਆਰਗੈਨਿਕ ਅਨਾਜ, ਆਰਗੈਨਿਕ ਸਬਜ਼ੀਆਂ ਵਾਲੇ ਪਾਸੇ ਵਧਣਾ ਪਏਗਾ, ਜ਼ਹਿਰ ਮੁਕਤ ਖੇਤੀ ਵਾਲੇ ਪਾਸੇ ਆਉਣਾ ਪਏਗਾ, ਕਿਉਂਕਿ ਸਾਡੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਇਸ ਤਰ੍ਹਾਂ ਦੀ ਖੁਰਾਕ ਦੇ ਨਾਲ। ਅਤੇ ਜੇ ਅਸੀਂ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਤੇ ਸਾਨੂੰ ਸਾਡਾ ਜਿਹੜਾ ਦੇਸੀ ਖਾਣ ਪਾਨ ਸੀ ਉਹਨੂੰ ਅਸੀਂ ਫਿਰ ਸੁਰਜੀਤ ਕਰਨਾ ਪਏਗਾ। ਜਿਹੜੇ ਆ ਪਿਛਲੇ 15-20 ਸਾਲਾਂ ਤੋਂ ਜਿਹੜੇ ਆ ਬਰਗਰ, ਪੀਜ਼ੇ, ਚਾਈਨੀਜ਼ ਫੂਡ, ਫਾਸਟ ਫੂਡ, ਇਹ ਸਾਡੇ ਬੱਚਿਆਂ ਨੂੰ ਜਿਨ੍ਹਾਂ ਨੇ ਪੂਰੀ ਗ੍ਰਿਫਤ ਦੇ ਵਿੱਚ ਲਿਆ, ਅਤੇ ਇਹਨਾਂ ਤੋਂ ਸਾਨੂੰ ਜਿਹੜਾ ਪਰਹੇਜ਼ਗਾਰੀ ਕਰਨੀ ਪਊਗੀ।
ਤੇ ਦੇਸੀ ਖਾਣਿਆਂ ਵੱਲ ਵਧਣਾ ਪਊਗਾ ਸਾਨੂੰ। ਮੀਡੀਆ ਦੀਆਂ ਰਿਪੋਰਟਾਂ ਦੇ ਵਿੱਚ ਵੀ ਸਿੰਘ ਸਾਹਿਬ ਆਇਆ ਹੈ ਤੇ ਤੁਹਾਨੂੰ ਵੀ ਇਸ ਚੀਜ਼ ਦਾ ਸ਼ਾਇਦ ਪਤਾ ਹੋਵੇਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਉਸ ਦੇ ਵਿੱਚ ਬਹੁਤ ਇਹ ਕਿਹਾ ਜਾ ਰਿਹਾ ਹੈ ਕਿ ਲੋੜਵੰਦਾਂ ਤੱਕ ਜਿਹੜਾ ਸਹੀ ਰਾਸ਼ਨ ਜਿਹੜਾ ਉਹ ਨਹੀਂ ਪਹੁੰਚਿਆ ਜਾ ਰਿਹਾ। ਜ਼ਿਆਦਾਤਰ ਮਸ਼ਹੂਰੀ ਦਾ ਜਿਹੜਾ ਉਹ ਜ਼ਿਆਦਾ ਫੋਟੋ ਖਿਚਾਉਣੀਆਂ ਇਹੋ ਜਿਹੇ ਜਿਹੜੇ ਸਿਲਸਿਲੇ ਉਹ ਜ਼ਿਆਦਾ ਆ ਰਹੇ ਨੇ ਤੇ ਬਹੁਤ ਜਿਹੜੇ ਲੋਕਾਂ ਦੇ ਵਿੱਚ ਇਸ ਪ੍ਰਤੀ ਵੀ ਜਿਹੜਾ ਉਹ ਨਿਰਾਸ਼ਾ ਪਾਈ ਜਾ ਰਹੀ ਹੈ। ਦੇਖੋ ਪ੍ਰਧਾਨ ਮੰਤਰੀ ਜਾਂ ਸਾਡੇ ਸਟੇਟ ਦੇ ਸੀਐਮ ਨੇ ਤਾਂ ਜਿਹੜਾ ਘਰਾਂ ਦੇ ਵਿੱਚ ਰੱਜਾ ਕੇ ਰਾਸ਼ਨ ਵੰਡਣਾ ਨਹੀਂ ਹੈ। ਰਾਸ਼ਨ ਜਿਹੜਾ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕਰਦੇ ਆ ਪਿੰਡਾਂ ਦੇ ਵਿੱਚ ਸਰਪੰਚ ਤੇ ਸ਼ਹਿਰਾਂ ਦੇ ਵਿੱਚ ਐਮਸੀ ਹੈ। ਤੇ ਇਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਭੂਮਿਕਾ ਜਿਹੜੀ ਹੈ ਨਿਰਪੱਖਤਾ ਦੇ ਨਾਲ ਇਨਸਾਨੀਅਤ ਦਾ ਨਾਤੇ ਉਹ ਨਿਭਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੇ ਵੰਡ ਪ੍ਰਣਾਲੀ ਦੇ ਵਿੱਚ ਕਿਤੇ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ, ਨਾ ਜਾਤ ਆਧਾਰਿਤ, ਨਾ ਲਿੰਗ ਆਧਾਰਿਤ, ਨਾ ਪਾਰਟੀ ਆਧਾਰਿਤ ਤੇ ਨਾ ਹੀ ਖਿੱਤਾ ਆਧਾਰਿਤ। ਜਿਹਨੂੰ ਲੋੜ ਹੈ ਉਹਨੂੰ ਰਾਸ਼ਨ ਦਿੱਤਾ ਜਾਣਾ ਚਾਹੀਦਾ ਹੈ ਤੇ ਜਿਹਨੂੰ ਲੋੜ ਹੈ ਉਹੀ ਰਾਸ਼ਨ ਦੀ ਮੰਗ ਕਰੇ। ਤੇ ਸਿੰਘ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਤਲਵੰਡੀ ਸਾਬੋ ਤੋਂ ਵੀ ਜਿਹੜਾ ਇਹ ਬਿਆਨ ਜਿਹੜਾ ਸੰਦੇਸ਼ ਦਿੱਤਾ ਸੀ, ਕਰੋਨਾ ਵਾਇਰਸ ਨੂੰ ਵੀ ਧਰਮ ਦੇ ਨਾਲ ਜੋੜ ਕੇ ਜਿਹੜਾ ਬੜੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਧਰਮ ਨਾਲ ਜੋੜਨਾ ਮੈਂ ਸਮਝਦਾ ਇੱਕ ਜਾਂ ਤਾਂ ਸਾਜ਼ਿਸ਼ ਹੈ, ਜਲਸੀ ਹੈ ਜਾਂ ਮੂਰਖਤਾ ਹੈ। ਇਹ ਬਿਮਾਰੀਆਂ ਕੋਈ ਧਰਮ, ਜਾਤ, ਲਿੰਗ ਭੇਦ ਨਹੀਂ ਦੇਖਦੀਆਂ। ਇਹ ਤਾਂ ਸਰੀਰ ਦੇਖਦੀਆਂ ਨੇ ਤੇ ਪ੍ਰਵੇਸ਼ ਕਰ ਜਾਂਦੀਆਂ ਨੇ। ਤੇ ਇਹਦੇ ਲਈ ਇਹਨੂੰ ਧਰਮ ਨਾਲ ਜੋੜਨਾ ਮੈਂ ਸਮਝਦਾ ਕਿ ਬਹੁਤੀ ਸਿਆਣਪ ਵਾਲੀ ਗੱਲ ਨਹੀਂ, ਮੂਰਖਤਾਪੂਰਨ ਇਹ ਵਿਵਹਾਰ ਹੈ ਕਿ ਇਸ ਬਿਮਾਰੀ ਨੂੰ ਇੱਕ ਧਰਮ ਨਾਲ ਜੋੜ ਕੇ ਅਸੀਂ ਵੇਖੀਏ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਕਡਾਊਨ ਵੱਧਦਾ ਹੈ ਤਾਂ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਸੰਗਤ ਜਿਹੜੀ ਉੱਥੇ ਆ ਰਹੀ ਹੈ, ਜਾਂ ਬੇਸ਼ੱਕ ਸਰਕਾਰ ਵੱਲੋਂ ਮਨਾ ਕੀਤਾ ਹੋਇਆ ਪਰ ਫਿਰ ਵੀ ਸੰਗਤ ਜਿਹੜੀ ਆ ਰਹੀ ਹੈ ਉਹਨਾਂ ਦੇ ਲਈ ਜਿਹੜੀ ਬਚਾਓ ਦੇ ਲਈ ਜਾਂ ਉਹਨਾਂ ਦੇ ਜਿਹੜੇ ਸੁਰੱਖਿਆ ਦੇ ਲਈ ਕਿਹੋ ਜਿਹੇ ਪ੍ਰਬੰਧ ਜਿਹੜਾ ਤੁਸੀਂ ਆਦੇਸ਼ ਜਿਹੜਾ ਦੇਣੋਗੇ? ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਕਰੋਨਾ ਵਾਇਰਸ ਕਾਰਨ ਆਰਸਥਾ ਨੂੰ ਬੜੀ ਢਾਹ ਲੱਗੀ ਹੈ, ਪਰ ਮੈਂ ਸਮਝਦਾ ਕਿ ਕਰੋਨਾ ਵਾਇਰਸ ਕਾਰਨ ਆਰਸਥਾ ਨੂੰ ਢਾਹ ਨਹੀਂ ਲੱਗੀ ਹੈ। ਲੋਕ ਜਾਂ ਸ਼ਰਧਾਲੂ ਜਿਹੜੇ ਨੇ ਉਹ ਧਾਰਮਿਕ ਸਥਾਨਾਂ ਤੇ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਲਾਕਡਾਊਨ ਹੈ। ਅੱਜ ਜੇ ਲਾਕਡਾਊਨ ਹਟਦਾ ਤੇ ਫਿਰ ਵੀ ਗੁਰਦੁਆਰੇ ਜਾਂ ਮੰਦਿਰ ਜਾਂ ਮਸੀਤਾਂ ਦੇ ਵਿੱਚ ਜਿਹੜੇ ਮੰਨਣ ਵਾਲੇ ਧਰਮਾਂ ਨੂੰ ਉਹ ਜ਼ਰੂਰ ਆਉਣਗੇ, ਆਪਣੀ ਨਿਸ਼ਠਾ, ਆਪਣੀ ਆਸਥਾ ਜਿਹੜੀ ਹੈ ਉਹ ਪ੍ਰਗਟ ਕਰਨਗੇ। ਲਾਕਡਾਊਨ ਕਾਰਨ ਜਾਂ ਕਰਫਿਊ ਕਾਰਨ ਸਿੱਖ ਸੰਗਤ ਗੁਰਦੁਆਰੇ ਸਾਹਿਬਾਨ ਦੇ ਵਿੱਚ ਬਹੁਤ ਘੱਟ ਆ ਰਹੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਕੁਝ ਸੰਗਤ ਆਪਣੇ ਲੈਵਲ ਦੇ ਉੱਤੇ ਪਰਹੇਜ਼ਗਾਰੀ ਕਰ ਰਹੀ ਹੈ ਤੇ ਕੁਝ ਸਰਕਾਰ ਵੱਲੋਂ ਰੋਕਾਂ ਲਾਈਆਂ ਨੇ, ਉਹਦੇ ਕਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆ ਰਹੀ। ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਚੱਲਦਾ ਹੈ, ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਤੋਂ ਸਾਡਾ ਲਾਈਵ ਪ੍ਰਸਾਰਣ ਹੁੰਦਾ ਹੈ, ਬੰਗਲਾ ਸਾਹਿਬ ਤੋਂ ਹੁੰਦਾ ਹੈ। ਤੇ ਇਸ ਲਾਈਵ ਪ੍ਰਸਾਰਣ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਘਰ ਦੇ ਵਿੱਚ ਬੈਠਿਆਂ ਜੋੜਿਆ ਹੋਇਆ ਹੈ ਤੇ ਇਹ ਇੱਕ ਸਾਡੇ ਵਾਸਤੇ ਬੜੀ ਚੰਗੀ ਗੱਲ ਹੈ। ਸਿੰਘ ਸਾਹਿਬ ਜਾਂਦੇ ਜਾਂਦੇ ਕੋਈ ਸੰਦੇਸ਼ ਜਿਹੜਾ ਸਿੱਖ ਸੰਗਤਾਂ ਨੂੰ ਦੇਣਾ ਚਾਹੋ? ਐਸੀ ਨਾਮੁਰਾਦ ਜਿਹੜੀ ਬਿਮਾਰੀ ਇਸਨੇ ਪੈਰ ਪਸਾਰੇ ਹੋਏ ਨੇ, ਸੰਗਤਾਂ ਘਰਾਂ ਦੇ ਵਿੱਚ ਜਿਹੜਾ ਉਹ ਕੈਦ ਨੇ ਤੇ ਤੁਸੀਂ ਪਿਛਲੇ ਦਿਨ ਇਹ ਕਿਹਾ ਵੀ ਸੀ ਕਿ ਘਰਾਂ ਦੇ ਵਿੱਚ ਰਹਿ ਕੇ ਸਹਿਜ ਪਾਠ ਕਰੋ, ਗੁਰਬਾਣੀ ਦਾ ਉਚਾਰਨ ਕਰੋ, ਕੀ ਕਹਿਣਾ ਚਾਹੋਗੇ? ਮੈਂ ਇੱਕ ਤਾਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਬੇਨਤੀ ਅਪੀਲ ਕਰਨੀ ਚਾਹਾਂਗਾ ਕਿ ਜਿਹਦੇ ਵੀ ਕਰੋਨਾ ਵਾਇਰਸ ਦੇ ਕਾਰਨ ਸਿੱਖਾਂ ਦੀਆਂ ਮੌਤਾਂ ਹੋਈਆਂ ਨੇ, ਹਰ ਮੁਲਕ ਉਹਨਾਂ ਦਾ ਡਾਟਾ ਜਿਹੜਾ ਉਹ ਇਕੱਠਾ ਕਰੇ ਤੇ ਕੋਸ਼ਿਸ਼ ਕਰੇ ਕਿ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਸ ਵਾਇਰਸ ਨੇ ਸਾਡੇ ਕਿੰਨੇ ਭੈਣ ਭਰਾਵਾਂ ਨੂੰ ਨਿਗਲਿਆ, ਅਮਰੀਕਾ 'ਚ, ਕੈਨੇਡਾ 'ਚ, ਇਟਲੀ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ। ਤੇ ਦੂਸਰਾ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਇਹ ਅਪੀਲ ਕਰੂੰਗਾ ਕਿ ਇੱਕ ਤਾਂ ਉਹ ਨੌਜਵਾਨ ਵਿਦੇਸ਼ਾਂ ਦੇ ਵਿੱਚ ਗਏ ਨੇ, ਵਾਹਿਗੁਰੂ ਕਰੇ ਕਿ ਨੌਬਤ ਨਾ ਆਵੇ, ਅਰਦਾਸ ਹੈ ਸੱਚੇ ਪਾਤਸ਼ਾਹ ਉਹ ਨੌਬਤ ਨਾ ਲਿਆਏ। ਪਰ ਜਿਵੇਂ ਕਿ ਸੰਭਾਵਨਾ ਦਿਸਦੀਆਂ ਨੇ ਕਿ ਉਹਨਾਂ ਨੂੰ ਰੁਜ਼ਗਾਰ ਦੀ ਸਮੱਸਿਆ ਆਏਗੀ ਤੇ ਐਸੀ ਸਥਿਤੀ ਦੇ ਵਿੱਚ ਉਹਨਾਂ ਨੂੰ, ਨੌਜਵਾਨਾਂ ਨੂੰ ਸੰਭਾਲਣ ਵਾਸਤੇ ਵੀ ਸਾਡੀ ਜਿਹੜੀ ਰਾਜਨੀਤਿਕ ਸ਼੍ਰੇਣੀ ਹੈ ਉਹਨੂੰ ਵੀ ਹੁਣ ਤੋਂ ਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਵੱਡੇ ਪੱਧਰ ਦੇ ਉੱਤੇ ਸਰਕਾਰਾਂ ਨਾਲ ਤਾਲਮੇਲ ਕਰਕੇ ਇੱਕ ਉਹ ਲਿਖਣਾ ਚਾਹੀਦਾ ਪ੍ਰੋਗਰਾਮ। ਤੇ ਦੂਸਰਾ ਸਾਡੇ ਉਹ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਲੇਕਿਨ 10-10 ਸਾਲ 20-20 ਸਾਲ ਹੋ ਗਏ ਅਜੇ ਤੱਕ PR ਨਹੀਂ ਹੋਏ, PR ਨਾ ਹੋਣ ਦੀਆਂ ਸੰਭਾਵਨਾਵਾਂ ਵੀ ਨਹੀਂ ਜਾਪਦੀਆਂ ਤੇ ਉਹਨਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲਦੀਆਂ। ਜੇ
ਵਾਹਿਗੁਰੂ ਨਾ ਕਰੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਸਰਕਾਰੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਣਗੀਆਂ ਨਹੀਂ ਤੇ ਉਹਨਾਂ ਨੂੰ ਬੜੀਆਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹਦੇ ਲਈ ਵੀ ਸਾਡੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਨੂੰ ਉਹਨਾਂ ਦੀ ਹੈਲਪ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਤੀਸਰਾ, ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਸਿੱਖ ਵਸਦੇ ਨੇ ਪੰਜਾਬ ਤੋਂ ਬਾਹਰ। ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਸਾਡੇ ਸਿੱਖ ਕਾਫੀ ਆਤਮ ਨਿਰਭਰ ਹੈ, ਲੇਕਿਨ ਹਿੰਦੁਸਤਾਨ ਦੇ ਅੰਦਰ ਪਿੰਡਾਂ ਦੇ ਵਿੱਚ ਕੁਝ ਸਾਡੇ ਇਲਾਕੇ ਐਸੇ ਜਿੱਥੇ ਸਿੱਖ ਆਤਮ ਨਿਰਭਰ ਨਹੀਂ ਹੈ। ਸਿਗਲਗਰ ਸਮਾਜ ਹੈ ਸਾਡਾ, ਵੱਡੀ ਗਿਣਤੀ 'ਚ ਬੈਠਾ, ਸਤਨਾਮੀਏ ਨੇ ਵੱਡੀ ਗਿਣਤੀ 'ਚ ਬੈਠੇ ਤੇ ਬੰਜਾਰੇ ਨੇ ਵੱਡੀ ਗਿਣਤੀ 'ਚ ਬੈਠੇ ਤੇ ਇਹਨਾਂ ਦੀ ਵੀ ਮਦਦ ਵਾਸਤੇ ਵੀ ਸਾਨੂੰ ਜਿਹੜਾ ਕੁਛ ਨਾ ਕੁਛ ਕਦਮ ਜਿਹੜੇ ਰਲ ਮਿਲ ਕੇ ਚੁੱਕਣੇ, ਕਿਉਂਕਿ ਅਸੀਂ ਤਾਂ ਸਭ ਨੂੰ ਇਕੱਠੀ ਕਰ ਸਕਦੇ ਹਾਂ। ਕਰਨਾ ਤਾਂ ਅਸੀਂ ਸਾਰੇ ਸਿੱਖ ਸੰਸਥਾਵਾਂ ਨੇ ਜਾਂ ਸਿੱਖਾਂ ਨੇ ਰਲ ਮਿਲ ਕੇ, ਸਾਡੇ ਪੋਲੀਟੀਸ਼ੀਅਨਾਂ ਨੇ ਤੇ ਸਾਨੂੰ ਹੁਣ ਇਲਾਕੇ ਦੀਆਂ, ਸਾਡੇ ਪੋਲੀਟੀਸ਼ੀਅਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਹੁਣ ਇਲਾਕੇ ਦੀਆਂ ਹੱਦਬੰਦੀਆਂ ਤੋਂ ਬਾਹਰ ਨਿਕਲ ਕੇ ਦੁਨੀਆ 'ਚ ਵਸਦੇ ਸਿੱਖ ਭਾਈਚਾਰੇ ਲਈ ਕੋਈ ਠੋਸ ਨੀਤੀ ਜਿਹੜੀ ਹੈ ਸਰਕਾਰਾਂ ਨਾਲ ਮਿਲ ਕੇ ਤਿਆਰ ਕਰਨ ਦਾ ਯਤਨ ਜਿਹੜਾ ਕੀਤਾ ਜਾਏ। ਤੇ ਚੌਥਾ ਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਿੱਖ ਭਾਈਚਾਰਾ ਵਸਦਾ ਹੈ ਤੇ ਕਿਸਾਨ ਹੈ, ਦੁਕਾਨਦਾਰੀ ਵੀ ਕਰਦਾ ਸਾਡਾ ਸਿੱਖ ਭਾਈਚਾਰਾ, ਵਪਾਰ ਵੀ ਕਰਦਾ ਭਾਵੇਂ ਛੋਟੇ ਪੱਧਰ ਤੇ ਕਰਦਾ ਤੇ ਮਜ਼ਦੂਰੀ ਵੀ ਕਰਦਾ ਸਾਡਾ ਸਿੱਖ ਭਾਈਚਾਰਾ। ਖੁਸ਼ੀ ਹੈ ਇਸ ਗੱਲ ਦੀ ਕਿ ਇਸ ਵਾਰ ਕਣਕ ਦਾ ਸੀਜ਼ਨ ਆਇਆ ਤੇ ਸਾਡੇ ਪਿੰਡਾਂ ਦੇ ਜਿਹੜੇ ਸਾਡੇ ਮਜ਼ਦੂਰ ਭਾਈਚਾਰਾ ਸਾਡਾ ਉਹਨੂੰ ਜਿਹੜਾ ਦਿਹਾੜੀ ਜਿਹੜੀ ਹੈ, ਉਜ਼ਰ ਜਿਹੜੀ ਹੈ ਇਸ ਵਾਰ ਮਿਲੀ ਹੈ। ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਤੇ ਇਹ ਉਜ਼ਰ ਮਿਲਦੀ ਰਹੇ ਤੇ ਐਸੇ ਯਤਨ ਵੀ ਸਾਡੇ ਪੋਲੀਟੀਸ਼ੀਅਨਾਂ ਨੂੰ, ਸਾਡੀਆਂ ਸੰਸਥਾਵਾਂ ਨੂੰ, ਇੰਡੀਵਿਜੂਅਲ ਸਾਡੇ ਜਿਹੜੇ ਸਮਰੱਥ ਸਿੱਖ ਹੈ ਉਹਨਾਂ ਨੂੰ ਕਰਨੇ ਚਾਹੀਦੇ ਹੈ। ਸੋ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਨਾਲ ਜੋ ਕੌਮ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜੀਆਂ ਚੁਣੌਤੀਆਂ ਆਈਆਂ ਨੇ ਤੇ ਉਹਨਾਂ ਚੁਣੌਤੀਆਂ ਦਾ ਕਿਵੇਂ ਜਿਹੜਾ ਹੱਲ ਹੋ ਸਕਦਾ ਹੈ ਉਸ ਦੇ ਬਾਰੇ ਵਿਚਾਰ ਚਰਚਾ ਜਿਹੜਾ ABP ਸਾਂਝਾ ਦੇ ਕੀਤੀ। ਕੈਮਰਾ ਪਰਸਨ ਸਿਕੰਦਰ ਦੇ ਨਾਲ ਪਰਮਜੀਤ ਸਿੰਘ, ABP ਸਾਂਝਾ, ਸ਼੍ਰੀ ਅੰਮ੍ਰਿਤਸਰ ਸਾਹਿਬ। ਸਰਕਾਰਾਂ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਦੇ ਲਈ ਲਾਕਡਾਊਨ ਵੀ ਕੀਤੇ ਨੇ। ਮੈਂ ਸਮਝਦਾ ਕਿ ਲਾਕਡਾਊਨ ਜਿਹੜਾ ਹੈ ਉਸ ਦੀ ਵੀ ਹੱਲ ਨਹੀਂ ਹੈ। ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਸਿੱਖ ਭਾਈਚਾਰਾ ਵੱਡੀ ਤਾਦਾਦ ਵਿੱਚ ਵਸਦਾ ਹੈ, ਉਹਨਾਂ ਦੇ ਵਿੱਚੋਂ ਵੀ ਵੱਡੀ ਭਾਈਚਾਰੇ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਸਾਡਾ ਨੌਜਵਾਨ ਸਟੱਡੀ ਬੇਸ ਦੇ ਉੱਤੇ ਗਿਆ, ਉਹ ਸਟੱਡੀ ਪੂਰੀ ਹੋਣ ਤੋਂ ਬਾਅਦ ਉਹਨਾਂ ਦੇ ਉੱਥੇ ਟਿਕਣ ਦੇ ਜਿਹੜੇ ਆਸਾਰ ਹੈ ਉਹ ਬਹੁਤ ਘੱਟ ਹੈ। ਇਹ ਜਿਹੜੀ ਸਾਡੀ ਪ੍ਰਚਾਰਕ ਸ਼੍ਰੇਣੀ ਹੈ, ਇਸ ਤਰ੍ਹਾਂ ਨਹੀਂ ਹੈ ਕਿ ਇੱਕਦਮ ਲਾਕਡਾਊਨ ਹੋ ਗਿਆ ਤੇ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਭੁੱਖੇ ਮਰਨ ਤੱਕ ਨੌਬਤ ਆ ਜਾਏਗੀ, ਲੇਕਿਨ ਭਵਿੱਖ ਦੇ ਵਿੱਚ ਉਹਨਾਂ ਨੂੰ ਵੱਡੀ ਵੱਡੀ ਮਦਦ ਦੀ ਲੋੜ ਪਏਗੀ। ਕੋਈ ਸੰਸਥਾ, ਗੁਰਦੁਆਰਾ ਕਮੇਟੀ ਬਾਹਰ ਰਾਸ਼ਨ ਵੰਡਦੀ ਫਿਰਦੀ ਹੈ ਤੇ ਉਹਦਾ ਜਿਹੜਾ ਗ੍ਰੰਥੀ ਹੈ ਤੇ ਉਹ ਰਾਸ਼ਨ ਤੋਂ ਆਤੁਰ ਹੋਇਆ ਬੈਠਾ। ਇਹ ਮੈਂ ਸਮਝਦਾ ਇੱਕ ਲਾਪਰਵਾਹੀ ਹੈ ਸਾਡੀਆਂ ਸੰਸਥਾਵਾਂ ਦੀ, ਨਲਾਇਕੀ ਹੈ ਸਾਡੀਆਂ ਸੰਸਥਾਵਾਂ ਦੀ। ਲੋਕਲ ਗਰੋਥ, ਲੋਕਲ ਕੰਜ਼ਿਊਮ, ਇਹ ਜਿਹੜਾ ਸਿਧਾਂਤ ਜਿਹੜਾ ਸਾਨੂੰ ਅਪਣਾਉਣਾ ਪਏਗਾ। ਧਰਮ ਨਾਲ ਜੋੜਨਾ ਮੈਂ ਸਮਝਦਾ ਇੱਕ ਜਾਂ ਤਾਂ ਸਾਜ਼ਿਸ਼ ਹੈ, ਜਲਸੀ ਹੈ ਜਾਂ ਮੂਰਖਤਾ ਹੈ। ਇਹ ਬਿਮਾਰੀਆਂ ਕੋਈ ਧਰਮ, ਜਾਤ, ਲਿੰਗ ਭੇਦ ਨਹੀਂ ਦੇਖਦੀਆਂ, ਇਹ ਤਾਂ ਸਰੀਰ ਦੇਖਦੀਆਂ ਨੇ ਤੇ ਪ੍ਰਵੇਸ਼ ਕਰ ਜਾਂਦੀਆਂ ਨੇ। ਮੈਂ ਇੱਕ ਤਾਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਬੇਨਤੀ, ਅਪੀਲ ਕਰਨੀ ਚਾਹਾਂਗਾ ਕਿ ਜਿਹਦੇ ਵੀ ਕਰੋਨਾ ਵਾਇਰਸ ਦੇ ਕਾਰਨ ਸਿੱਖਾਂ ਦੀਆਂ ਮੌਤਾਂ ਹੋਈਆਂ ਨੇ, ਹਰ ਮੁਲਕ ਉਹਨਾਂ ਦਾ ਡਾਟਾ ਜਿਹੜਾ ਉਹ ਇਕੱਠਾ ਕਰੇ ਤੇ ਕੋਸ਼ਿਸ਼ ਕਰੇ ਕਿ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਸ ਵਾਇਰਸ ਨੇ ਸਾਡੇ ਕਿੰਨੇ ਭੈਣ ਭਰਾਵਾਂ ਨੂੰ ਨਿਗਲਿਆ।